ਅਕਸ਼ ਨਿਊਜ਼ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਦੋਸਤੋ, ਆਪਣੇ ਚੈਨਲ ਅਕਸ਼ ਨਿਊਜ਼ ਦੇ ਜਰੀਏ ਅਸੀਂ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰਦੇ ਹੋਏ ਇੱਕ ਨਵਾਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਜਿਸ ਪ੍ਰੋਗਰਾਮ ਦਾ ਨਾਮ ਹੈ ਲੋਨ ਪ੍ਰਣਾਲੀ, ਜਿਸ ਨੂੰ ਕਰਜ਼ਾ ਸਿਸਟਮ। ਵੀ ਤੁਸੀਂ ਵੱਖ ਜਿਹੜੇ ਸਰਕਾਰੀ ਤੇ ਨਿੱਜੀ ਬੈਂਕਾਂ ਦੇ ਵਿੱਚੋਂ ਤੁਸੀਂ ਜਿਹੜਾ ਕਰਜ਼ਾ ਹੈ ਉਹ ਕਿੱਦਾਂ ਲੈ ਸਕਦੇ ਹੋ ਅਤੇ ਇਹ ਕਰਜ਼ੇ ਦੇ ਸਟੈਪ ਕੀ ਹਨ, ਕਰਜ਼ਾ ਕਿੰਨਾ ਕੁ ਲੈ ਸਕਦੇ ਹੋ। ਤਾਂ ਬਹੁਤ ਸਾਰੀਆਂ ਗੱਲਾਂ ਨੇ ਇਸ ਵਿਸ਼ੇ ਤੇ ਲੈ ਕੇ ਅਸੀਂ ਆ ਰਹੇ ਹਾਂ। ਸਾਡੇ ਵਿਚਕਾਰ ਸਾਡੇ ਜਿਹੜੇ ਮਹਿਮਾਨ ਨੇ ਸਰਦਾਰ ਜਸਵੀਰ ਸਿੰਘ ਜੱਸੀ ਜੀ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਟੂਡੀਓ ਤੇ ਆਉਂਦੇ। ਸੋ ਜੱਸੀ ਜੀ, ਮੈਂ ਬਾਰੇ ਦੱਸਣਾ ਚਾਹੁੰਦਾ ਵੀ ਜੱਸੀ ਜੀ ਪਿਛਲੇ 22 ਸਾਲਾਂ ਤੋਂ ਜਿਹੜੇ ਬੈਂਕਿੰਗ ਸੈਕਟਰ ਦੇ ਨਾਲ ਜੁੜੇ ਹੋਏ ਹਨ ਤੇ ਵੱਖ-ਵੱਖ ਜਿਹੜੇ ਕਰਜ਼ੇ ਨੇ ਉਹ ਉਹਨਾਂ ਦੇ ਮਾਹਿਰ ਹਨ, ਵੀ ਉਹਨਾਂ ਦੀਆਂ ਫਾਈਲਾਂ ਕਿੱਦਾਂ ਤਿਆਰ ਹੁੰਦੀਆਂ ਹਨ। ਸੋ ਅਸੀਂ ਗੱਲਬਾਤ ਕਰਾਂਗੇ ਜਸਵੀਰ ਸਿੰਘ ਜੱਸੀ ਜੀ ਨਾਲ। ਜੱਸੀ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ ਸਾਡੇ ਸਟੂਡੀਓ ਵਿੱਚ ਆਉਂਦੇ। ਸੋ ਅਸੀਂ ਪਹਿਲਾਂ ਜਿਹੜਾ ਸਵਾਲ ਹੈ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਖੜਕਦਾ ਹੈ ਕਰਜ਼ੇ ਨੂੰ ਲੈ ਕੇ, ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਆਉਂਦਾ ਹੈ ਵੀ ਜਿਹੜੇ ਲੋਨ ਨੇ, ਕਰਜ਼ਾ ਹੈ, ਉਹ ਕਿੰਨੀ ਪ੍ਰਕਾਰ ਦਾ? देखो जी, कर्जा वैसे तो बहुत तरह के कर्जे होंगे हैं, पर जेडे अजकल लोग ज़्यादा लेंदे हैं जिसनों आपां हाउस लोन कहने हैं, होम लोन कहने हैं। एक हुंदा बिजनेस लोन ते एक हुंदा कार लोन। बिल्कुल। बाकी ज़्यादा लोग पर्सनल लोन भी बहुत प्रैफर करते हैं। पर्सनल लोन हुंदा है कि ਜਿਹੜੀਆਂ ਆਪਣੀਆਂ ਘਰੇਲੂ ਲੋੜਾਂ ਵਾਸਤੇ ਫੌਰੀ ਤੌਰ ਤੇ ਮਿਲ ਜਾਂਦਾ, ਉਹਦੇ ਲਈ ਕੋਈ ਜ਼ਿਆਦਾ ਡਾਕੂਮੈਂਟੇਸ਼ਨ ਦੀ ਲੋੜ ਨਹੀਂ ਹੁੰਦੀ। ਜ਼ਿਆਦਾ ਜਿਹੜਾ ਲੋਕ ਪਸੰਦ ਕਰਦੇ ਹਨ ਉਹ ਕਹਿ ਲਓ ਵੀ 90% ਲੋਕ ਹਾਊਸ ਲੋਨ ਲੈਂਦੇ ਹਨ। ਬਿਲਕੁਲ। ਹਾਊਸ ਲੋਨ ਲੈਣ ਵਾਸਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ, ਜਿਸ ਕਰਕੇ ਕਈ ਲੋਕ ਲੋਨ ਲੈਣ ਤੋਂ ਗਰੇਜ਼ ਕਰ ਦਿੰਦੇ ਹਨ ਕਿਉਂਕਿ ਉਹਨਾਂ ਤੋਂ ਕਾਗਜ਼ ਹੀ ਨਹੀਂ ਪੂਰੇ ਹੁੰਦੇ। ਹਾਂ, ਜੇਕਰ ਜਿਨ੍ਹਾਂ ਲੋਕਾਂ ਨੂੰ ਕਾਗਜ਼ਾਂ ਦੀ ਜ਼ਰੂਰਤ ਪਤਾ ਹੁੰਦੀ ਹੈ ਵੀ ਆਹ ਪੇਪਰ ਚਾਹੀਦੇ ਹਨ ਤਾਂ ਉਹ ਲੋਕ ਲੋਨ ਲੈ ਲੈਂਦੇ ਹਨ, ਪਰ ਕਈ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਾਗਜ਼ ਕੀ ਹਨ। ਕਈ ਲੋਕ ਲੋਨ ਕਰਵਾਉਣ ਵਾਲੇ ਉਹਨਾਂ ਨੂੰ ਮਿਸਯੂਜ਼ ਕਰਦੇ ਹਨ, ਉਹਨਾਂ ਨੂੰ ਕਈ ਬਿਲਕੁਲ ਥਾਂ ਦੇ ਮਾਰਕੀਟ ਬਹੁਤ ਸਾਰੇ ਲੋਨ ਲੈਣ ਲਈ ਲੋਕਾਂ ਦੇ ਬੋਰਡ ਲੱਗੇ ਕਈ ਤਰ੍ਹਾਂ ਦੇ ਝੂਠੇ ਸੱਚੇ ਪੇਪਰ ਬਣਾ ਕੇ ਜਾਂ ਉਹਨਾਂ ਤੋਂ ਕਿਸੇ ਤਰ੍ਹਾਂ ਦੇ ਕਈ ਪੈਸੇ ਲੈ ਕੇ ਠੱਗਦੇ ਹਨ। ਕਈਆਂ ਦੇ ਲੋਨ ਹੋ ਜਾਂਦੇ ਹਨ, ਕਈਆਂ ਦੇ ਨਹੀਂ ਹੋ ਜਾਂਦੇ। ਬੜੇ ਲੋਕਾਂ ਨਾਲ ਧੋਖਾਧੜੀਆਂ ਵੀ ਹੁੰਦੀਆਂ। ਤਾਂ ਦੋਸਤੋ, ਮੈਂ ਤੁਹਾਨੂੰ ਦੱਸਾਂਗਾ ਵੀ ਲੋਨ ਲੈਣਾ ਬਹੁਤ ਸੌਖਾ ਹੈ, ਕੋਈ ਵੱਡੀ ਗੱਲ ਹੈ ਹੀ ਨਹੀਂ। ਲੋਨ ਲੈਣ ਲਈ ਤੁਹਾਨੂੰ ਜਸਟ 10 ਜਾਂ 12 ਪੇਪਰਾਂ ਦੀ ਲੋੜ ਹੁੰਦੀ ਹੈ, ਜੋ ਕਿ ਹਰ ਬੰਦੇ ਦੇ ਘਰ 'ਚ ਪਏ ਹੁੰਦੇ। ਜੇਕਰ ਆਪਾਂ ਜੱਸੀ ਦੀ ਗੱਲ ਕਰੀਏ ਵੀ ਜਿਹੜਾ ਲੋਨ ਹੈ, ਸਭ ਤੋਂ ਵੱਡੀ ਗੱਲ ਤਾਂ ਪਹਿਲਾ ਸਵਾਲ ਲੋਕਾਂ ਦੇ ਮਨਾਂ 'ਚ ਇਹ ਹੁੰਦਾ ਵੀ ਕਿਹੜਾ ਵਿਅਕਤੀ ਜਿਹੜਾ ਹੈਗਾ ਲੋਨ ਲੈਣ ਦੇ ਯੋਗ ਹੁੰਦਾ ਹੈ। ਦੇਖੋ ਜੀ, ਲੋਨ ਲੈਣ ਦੇ ਯੋਗ ਤਾਂ ਅੱਜ ਕੱਲ੍ਹ ਸਾਰੇ ਵਿਅਕਤੀ ਹੁੰਦੇ ਹਨ। ਜਿਹੜਾ ਬੰਦਾ ਕੰਮ ਕਰਦਾ ਹੋਵੇ ਜਾਂ ਕਿਤੇ ਨੌਕਰੀ ਕਰਦਾ ਹੋਵੇ, ਸਰਕਾਰੀ ਸੈਕਟਰ 'ਚ ਹੋਵੇ, ਪ੍ਰਾਈਵੇਟ ਜੌਬ 'ਚ ਹੋਵੇ, ਜਾਂ ਉਹਦਾ ਆਪਣਾ ਬਿਜ਼ਨਸ ਹੋਵੇ, ਉਹ ਹਰ ਬੰਦਾ ਕੋਲ ਲੋਨ ਲੈਣ ਦਾ ਹੱਕਦਾਰ ਹੈ, ਕਿਉਂਕਿ ਸਰਕਾਰ ਨੇ ਅੱਜ ਕੱਲ੍ਹ ਬਹੁਤ ਸਹੂਲਤਾਂ ਦਿੱਤੀਆਂ ਹਨ ਕਿ ਤੁਸੀਂ ਕਰਜ਼ਾ ਲਓ ਸਰਕਾਰ ਤੋਂ ਤੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਚਲਾਓ। ਤਾਂ ਦੋਸਤੋ, ਮੈਂ ਇਹੀ ਕਹਾਂਗਾ ਕਿ ਲੋਨ ਲੈਣਾ ਕੋਈ ਔਖਾ ਕੰਮ ਨਹੀਂ ਹੈ। ਤੁਹਾਨੂੰ ਸਿਰਫ ਕੁਝ ਪੇਪਰ ਦੀ ਜ਼ਰੂਰਤ ਹੈ, ਜੋ ਮੈਂ ਤੁਹਾਨੂੰ ਦੱਸ ਦਿੰਦਾ। ਅਗਲੇ ਸਵਾਲ ਆਪਾਂ ਵੱਧਦੇ ਹਾਂ, ਜਿਹੜੀ ਤੁਸੀਂ ਗੱਲ ਕੀਤੀ ਪੇਪਰਾਂ ਦੀ, ਵੀ ਕਿਹੜੇ ਲੋੜੀਂਦੇ ਜਿਹੜੇ ਕਾਗਜ਼ਾਤ ਨੇ, ਜਿਹੜੇ ਦਸਤਾਵੇਜ਼ ਨੇ, ਉਹਨਾਂ ਦੀ ਜਿਹੜੀ ਲੋੜ ਹੈ ਇਸ ਕਰਜ਼ਾ ਪ੍ਰਣਾਲੀ ਵਿੱਚ ਪੈਂਦੀ ਹੈ। ਜੇ ਮੈਂ ਗੱਲ ਕਰਾਂ ਤਾਂ ਅਗਰ ਕੋਈ ਬੰਦਾ ਗਵਰਨਮੈਂਟ EMPLOYE ਹੈ ਤਾਂ ਉਸ ਨੂੰ 3 ਮਹੀਨਿਆਂ ਦੀ ਸੈਲਰੀ ਸਲਿੱਪ ਚਾਹੀਦੀ ਹੈ ਲੇਟੈਸਟ। ਬਿਲਕੁਲ। 3 ਸਾਲ ਦਾ ਉਹਦਾ ਫਾਰਮ 16 ਜਾਂ 3 ਸਾਲ ਦੀਆਂ ਜਿਹੜਾ ਸਰਕਾਰੀ ਸੈਕਟਰ ਦੇ ਨਾਲ ਜੁੜਿਆ ਹੈ, ਜਾਂ 3 ਸਾਲ ਦੀਆਂ ਰਿਟਰਨਾਂ ਚਾਹੀਦੀਆਂ ਹਨ। ਇੱਕ ਉਸਦਾ ਆਧਾਰ ਕਾਰਡ ਚਾਹੀਦਾ ਹੈ, ਇੱਕ ਉਹਦਾ ਪੈਨ ਕਾਰਡ ਚਾਹੀਦਾ ਹੈ, ਇੱਕ ਉਹਦੀ ਬੈਂਕ ਸਟੇਟਮੈਂਟ ਚਾਹੀਦੀ ਹੈ ਜਿਸ ਬੈਂਕ ਦੇ ਵਿੱਚ ਉਹਦੀ ਸੈਲਰੀ ਆ ਰਹੀ ਹੋਵੇ। ਜਿਵੇਂ ਕਿ ਆਪਾਂ ਗੱਲ ਕਰੀਏ ਪੈਨ ਕਾਰਡ ਕੀ ਕੰਪਲਸਰੀ ਹੈ? हाँ, पैन कार्ड बहुत जरूरी चीज़ है। पैन कार्ड तो बिना कोई भी बैंक तो लोन नहीं दे सकता। पैन कार्ड तो इलावा अगर जिवें मैं गल की है तो उसकी सैलरी स्लिप चाहिए है, 3 साल दी रिटर्ना चाहिए हैं, आधार कार्ड चाहिए है, पैन कार्ड चाहिए है, तो एक जिस मकान से तुसीं लोन लेना उसकी रजिस्ट्री की कापी चाहिए है। रजिस्ट्री 13 साल का बैंक रिकॉर्ड मंगती है। वो 13 साल ਦੇ ਵਿੱਚ ਅਗਰ ਇੱਕ ਰਜਿਸਟਰੀ ਹੋਈ ਹੈ ਤਾਂ ਤੁਹਾਨੂੰ ਇੱਕ ਰਜਿਸਟਰੀ ਦੇਣੀ ਪਏਗੀ। ਅਗਰ 13 ਸਾਲ ਦੇ ਵਿੱਚ 10 ਰਜਿਸਟਰੀਆਂ ਹੋਈਆਂ ਤਾਂ ਤੁਹਾਨੂੰ 10 ਰਜਿਸਟਰੀਆਂ ਬੈਂਕ ਨੂੰ ਮੁਹੱਈਆ ਕਰਾਉਣੀਆਂ ਪੈਣਗੀਆਂ। ਇਹ ਕੋਈ ਵੱਡਾ ਕੰਮ ਨਹੀਂ ਹੈ। ਅਗਰ ਗੱਲ ਕਰੀਏ ਆਪਾਂ
ਗਵਰਨਮੈਂਟ ਅਪਲਾਈ ਦੀ, ਤਾਂ ਅੱਜ ਕੱਲ੍ਹ ਬੈਂਕਾਂ ਨੇ ਇੰਨਾ ਸਿਸਟਮ ਫਾਸਟ ਕਰ ਦਿੱਤਾ 24 ਘੰਟੇ ਦੇ ਵਿੱਚ ਬੈਂਕ ਲੋਨ ਦੇ ਦਿੰਦਾ ਹੈ। ਬਿਲਕੁਲ ਜੀ। ਠੀਕ ਹੈ, ਬੈਂਕ ਕਹਿੰਦਾ ਹੈ ਵੀ ਮੈਨੂੰ ਪੇਪਰ ਦਿਓ, ਮੈਂ ਤੁਹਾਨੂੰ ਲੋਨ ਦੇ ਦਿੰਦਾ। ਹਾਂ, ਅੱਜ ਕੱਲ੍ਹ ਕਈ ਲੋਕਾਂ ਦਾ ਸਿਬਲ ਇੱਕ ਬਹੁਤ ਵੱਡੀ ਚੀਜ਼ ਹੈ ਜੀ। ਸਿਬਲ ਦੇ ਵਿੱਚ ਅਗਰ ਕਿਸੇ ਦਾ ਲੋਨ ਖਰਾਬ ਹੈ ਜਾਂ ਪਹਿਲਾਂ ਖਰਾਬ ਚੱਲਦਾ ਸੀ, ਜਿਸ ਕਰਕੇ ਕਈ ਬੈਂਕ ਉਹਨਾਂ ਨੂੰ ਲੋਨ ਅਸੀਂ ਜਦੋਂ ਸਿਬਲ ਦੀ ਗੱਲ ਕਰੀਏ, ਸਿਬਲ ਨੂੰ ਜਿਹੜਾ ਹੈ ਕਿੱਦਾਂ ਟੈਲੀ ਕਰਦੇ ਨੇ ਬੈਂਕ, ਕਿਹੜੀ ਪ੍ਰਣਾਲੀ ਨਾਲ ਜੋੜਿਆ ਹੈ ਸਿਬਲ? ਸਿਬਲ ਨੂੰ ਐਵੇਂ ਹੈ ਜੀ, ਜੇ ਕਿਸੇ ਨੇ ਪਹਿਲਾਂ ਪੁਰਾਣਾ ਕੋਈ ਲੋਨ ਲਿੱਤਾ ਹੈ, ਕਿਸੇ ਕਾਰਨ ਕਰਕੇ ਉਹ ਲੋਨ ਨਹੀਂ ਭਰਦਾ ਜਾਂ ਭਰ ਨਹੀਂ ਸਕਿਆ, ਬਿਲਕੁਲ ਉਹ ਉਸਦਾ ਰਿਕਾਰਡ ਜਦੋਂ ਤੋਂ ਬੰਦਾ ਲੋਨ ਲੈਣਾ ਸ਼ੁਰੂ ਕੀਤਾ, ਉਹ ਰਿਕਾਰਡ ਅੱਜ ਤੱਕ ਸਿਬਲ ਇੱਕ ਬੇਸਿਕਲੀ ਇੱਕ ਸਾਰੇ ਬੈਂਕਾਂ ਦਾ ਇੱਕ ਬੈਂਚ ਹੈ। ਪਹਿਲਾਂ ਕੀ ਹੁੰਦਾ ਸੀ, ਲੋਕ ਇਧਰੋਂ ਵੀ ਲੋਨ ਲੈ ਲੈਂਦੇ ਸੀ, ਉਧਰੋਂ ਵੀ ਲੋਨ ਲੈ ਲੈਂਦੇ ਸੀ। ਕਹਿ ਲਓ ਵੀ ਇਸ ਬੈਂਕ ਤੋਂ ਲੋਨ ਲੈ ਲਿਆ, ਫਿਰ ਦੂਸਰੇ ਇਸ ਬੈਂਕ ਦਾ ਲੋਨ ਨਹੀਂ ਭਰਿਆ, ਦੂਜੇ ਬੈਂਕ ਤੋਂ ਲੋਨ ਲੈ ਲਿਆ। ਮਤਲਬ ਤੁਹਾਡਾ ਕਹਿਣ ਦਾ ਮਤਲਬ ਵੀ ਸਿੰਪਲ ਉਹ ਚੀਜ਼ ਹੈ ਵੀ ਜੇ ਬੰਦਾ ਆਪਣੀ ਇੰਸਟਾਲਮੈਂਟ ਨਹੀਂ ਭਰਦਾ ਤਾਂ ਉਹਦੇ ਜਿਹੜੇ ਪੁਆਇੰਟ ਨੇ ਉਹ ਘਟਦੇ ਵੱਧਦੇ ਰਹਿੰਦੇ। ਬਿਲਕੁਲ ਵੀ ਭਵਿੱਖ ਦੇ ਵਿੱਚ ਉਹ ਕਿਵੇਂ ਲੋਨ ਲੈਣ ਦੀ ਚੁਣੌਤੀ ਜਿਹੜੀ ਉਹਨੂੰ ਦਰਪੇਸ਼ ਆਉਂਦੀ ਹੈ। ਉਹਦਾ ਕੀ ਹੈ, ਜਦੋਂ ਡਿਫਾਲਟ ਵਧਣ ਲੱਗਿਆ ਤਾਂ ਲੋਕਾਂ ਨੇ ਬੈਂਕਾਂ ਨੇ ਇਹ ਸੋਚਿਆ ਵੀ ਆਪਾਂ ਇਹਦਾ ਕੋਈ ਇੱਕ ਸੋਲੂਸ਼ਨ ਕੱਢੀਏ ਵੀ ਲੋਕ ਇਸ ਬੈਂਕ ਤੋਂ ਵੀ ਲੋਨ ਲੈ ਲੈਂਦੇ, ਦੂਸਰੇ ਬੈਂਕ ਤੋਂ ਵੀ ਲੋਨ ਲੈ ਲੈਂਦੇ। ਤਾਂ ਉਹਨਾਂ ਨੇ ਕੀ ਕੀਤਾ, ਸਾਰਿਆਂ ਨੇ ਮਿਲ ਕੇ ਇੱਕ ਬੈਂਚ ਬਣਾ ਲਿਆ ਜਿਸ ਨੂੰ ਸਿਬਲ ਕਹਿੰਦੇ ਆ। ਉਹਦੇ ਵਿੱਚ ਜਿੰਨੇ ਵੀ ਬੈਂਕ ਕੋਈ ਲੋਨ ਕਰਦਾ ਤਾਂ ਉਸ 'ਚ ਆਪਣੀ ਰਿਪੋਰਟਿੰਗ ਕਰਦਾ ਵੀ ਇਸ ਬੰਦੇ ਨੂੰ ਅਸੀਂ ਲੋਨ ਦਿੱਤਾ। ਮੰਨ ਲਓ ਜੇ ਕੱਲ ਉਸ ਬੰਦੇ ਨੇ ਇਸ ਬੈਂਕ ਦਾ ਲੋਨ ਲਿੱਤਾ, ਦੂਜਾ ਬੈਂਕ ਉਸ ਨੂੰ ਲੋਨ ਨਹੀਂ ਦੇਗਾ। ਇਹ ਸਿਬਲ ਦਾ ਕਾਰਜ ਪ੍ਰਣਾਲੀ ਹੈ। ਤਾਂ ਜੇਕਰ ਕੋਈ ਬੰਦਾ ਵਧੀਆ ਲੋਨ ਭਰ ਰਿਹਾ ਹੈ ਤਾਂ ਦੂਜਾ ਬੈਂਕ ਉਸ ਨੂੰ ਬਹੁਤ ਜਲਦੀ ਆਫਰ ਕਰਦਾ ਹੈ ਤੁਸੀਂ ਮੇਰੇ ਤੋਂ ਲੋਨ ਲਓ। ਜੇ ਤੁਸੀਂ ਉਸ ਬੈਂਕ ਦੇ ਵਿੱਚ ਜ਼ਿਆਦਾ ਰੇਟ ਆਫ ਇੰਟਰਸਟ ਤੇ ਲੋਨ ਲੱਤਾ ਹੈ ਤੇ ਮੇਰੇ ਤੋਂ ਘੱਟ ਇੰਟਰਸਟ ਤੇ ਲਓ, ਤਾਂ ਬੈਂਕ ਇੱਕ ਤਰ੍ਹਾਂ ਦੀਆਂ ਪੰਜਾਬੀ ਚ ਕਹ ਲਓ ਵੀ ਵਾਜਾ ਮਾਰ ਕੇ ਲੋਨ ਦਿੰਦਾ ਹੈ। ਇਸ ਬਾਰੇ ਦੀ ਗੱਲ ਕਰੀਏ, ਮੰਨ ਲਓ ਵੀ ਡਾਕੂਮੈਂਟ ਜਿਹੜਾ ਹੈਗਾ ਬੰਦਾ ਕੰਪਲੀਟ ਕਰ ਲੈਂਦਾ, ਜਿਹੜਾ ਜਿਸ ਨੇ ਲੋਨ ਲੈਣਾ ਹੈ, ਜਿਸ ਨੂੰ ਜ਼ਰੂਰਤ ਹੈ, ਕਿਸੇ ਵੀ ਤਰ੍ਹਾਂ ਦਾ ਕਰਜ਼ਾ ਲੈਣਾ ਹੈ, ਤਾਂ ਜਿਹੜੀ ਫਾਈਲ ਹੈ ਉਹ ਬੈਂਕਾਂ ਦੇ ਵਿੱਚੋਂ ਕਿਹੜੇ ਸਟੈਪਾਂ ਜੋ ਜਿਹੜੀ ਗੁਜ਼ਰਦੀ ਹੈ? ਬਹੁਤ ਸੋਹਣਾ ਸਵਾਲ ਕੀਤਾ ਹੈ, ਕਿਉਂਕਿ ਇਹ ਆਮ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਬੈਂਕ ਦੀ ਪ੍ਰਣਾਲੀ ਕੀ ਹੈ। ਦੇਖੋ ਜੀ, ਤੁਸੀਂ ਬੈਂਕ ਨੂੰ ਪੇਪਰ ਦਿੱਤੇ ਆਪਣੇ ਪੂਰੇ ਕਰਕੇ। ਜੇ ਬੰਦਾ ਜਿਵੇਂ ਮੈਂ ਪਹਿਲਾਂ ਦੱਸਤਾ ਜੀ ਗਵਰਨਮੈਂਟ ਲਾਈਨ, ਮੈਂ ਤੁਹਾਨੂੰ ਦੱਸੂਗਾ ਜਿਹੜਾ ਜੇ ਬੰਦਾ ਕੋਈ ਬਿਜ਼ਨਸ ਕਰਦਾ ਹੈ ਤਾਂ ਉਹਦੀਆਂ 3 ਸਾਲ ਦੀਆਂ ਰਿਟਰਨਾਂ ਚਾਹੀਦੀਆਂ, 3 ਸਾਲ ਦੀ ਬੈਲੈਂਸ ਸ਼ੀਟ ਚਾਹੀਦੀ ਹੈ, ਆਧਾਰ ਕਾਰਡ ਚਾਹੀਦਾ ਤੇ ਪੈਨ ਕਾਰਡ ਚਾਹੀਦਾ ਤੇ ਇੱਕ ਉਹਦੀ ਬੈਂਕ ਸਟੇਟਮੈਂਟ ਚਾਹੀਦੀ ਹੈ। ਅਗਰ ਬਿਜ਼ਨਸ ਕਰਦਾ ਤਾਂ ਉਹਦਾ ਕਰੰਟ ਅਕਾਊਂਟ ਵੀ ਜ਼ਰੂਰ ਹੋਏਗਾ, ਉਹ ਦੇਣਾ ਹੈ। ਹੁਣ ਅੱਗੇ ਗੱਲ ਆ ਗਈ ਵੀ ਕਿਵੇਂ ਬੈਂਕ ਪ੍ਰੋਸੈਸ ਕਿਵੇਂ ਹੁੰਦਾ ਹੈ। ਤੁਸੀਂ ਬੈਂਕ ਨੂੰ ਸਾਰੇ ਪੇਪਰ ਇਕੱਠੇ ਕਰਕੇ ਦਿੱਤੇ, ਬੈਂਕ ਨੇ ਐਨਾਲਾਈਸਿਸ ਕੀਤਾ ਵੀ ਇਸ ਬੰਦੇ ਦੀ ਕਿੰਨੀ ਵਰਤ ਹੈ, ਇਹ ਮਹੀਨੇ ਦੀ ਕਿੰਨੀ ਕਿਸ਼ਤ ਭਰ ਸਕਦਾ ਹੈ। ਠੀਕ, ਉੱਤੇ ਬੈਂਕ ਨੇ ਹਿਸਾਬ ਲਗਾ ਕੇ ਦੇਖਿਆ ਵੀ ਇਹ ਬੰਦਾ, ਜੇ ਮੰਨ ਲਓ ਬੰਦੇ ਨੂੰ 1 ਲੱਖ ਰੁਪਏ ਮਹੀਨੇ ਦੀ, ਮੰਨ ਲਓ ਵੀ ਉਹਦੀ ਰਿਟਾਇਰਮੈਂਟ ਜਿਹੜੀ ਹੈਗੀ ਆ 34 ਚ ਹੈ, 35 ਚ ਹੈ, ਤਾਂ ਉਹਨੇ ਸਾਰੀ ਅਸੈਸਮੈਂਟ ਆਪਣੀ ਲਾਉਣੀ ਹੈ, ਲਾ ਕੇ। ਹਾਂ, ਵੀ ਬੰਦੇ ਦੀ 70 ਸਾਲ ਤੱਕ ਬੈਂਕ ਲੋਨ ਦਿੰਦਾ ਜੀ, ਬੰਦੇ ਦੀ ਉਮਰ ਦੀ 70 ਸਾਲ ਤੱਕ ਦਾ ਏਜ ਦਾ ਜਿਹੜਾ ਫੰਡਾਮੈਂਟ। ਹਾਂ, ਜੇ ਮੰਨ ਲਓ ਬੰਦਾ 50 ਸਾਲ ਦਾ ਹੈ ਤਾਂ 20 ਸਾਲ ਤੱਕ ਦਾ ਬੈਂਕ ਉਸ ਨੂੰ ਲੋਨ ਦੇ ਸਕਦਾ। ਜੇ ਬੰਦਾ 60 ਸਾਲ ਦਾ ਹੈ ਤਾਂ 10 ਸਾਲ ਦਾ ਹੀ ਲੋਨ ਦੇਵੇਗਾ। ਤਾਂ ਇਸ ਤਰ੍ਹਾਂ ਬੈਂਕ ਨੇ ਆਪਣਾ ਇੱਕ ਸਿਸਟਮ ਬਣਾਇਆ ਹੋਇਆ ਹੈ। ਜਦੋਂ ਬੈਂਕ ਨੂੰ ਪੇਪਰ ਦੇ ਦਿੱਤੇ ਜਾਂਦੇ ਨੇ ਤਾਂ ਬੈਂਕ ਉਹ ਆਪਣਾ ਸਿਸਟਮ ਚੈੱਕ ਕਰਦਾ ਹੈ, ਸਿਬਲ ਚੈੱਕ ਕਰਦਾ ਹੈ ਵੀ ਬੰਦੇ ਨੇ ਪਹਿਲੇ ਕੋਈ ਲੋਨ ਲੱਤੇ ਸੀ, ਕਿ ਉਹ ਲੋਨ ਖਰਾਬ ਤਾਂ ਨਹੀਂ, ਕਿ ਉਹ ਬੰਦੇ ਨੂੰ ਬੈਂਕ ਜਾਣ ਦੀ ਆਦਤ ਹੈ, ਕਿ ਬੈਂਕ ਨੂੰ ਬੰਦੇ ਨੂੰ ਪੈਸੇ ਭਰਨ ਦੀ ਹਿੰਮਤ ਹੈਗੀ ਹੈ ਜਾਂ ਪੈਸੇ ਭਰਨ ਦੀ ਉਹਦੀ ਸ਼ਕਤੀ ਹੈਗੀ ਹੈ। ਤਾਂ ਇਹ ਚੀਜ਼ਾਂ ਅਨਾਲਾਈਸਿਸ ਕਰਦਾ। ਉਸ ਤੋਂ ਬਾਅਦ ਜਦੋਂ ਬੈਂਕ ਦੇਖ ਲੈਂਦਾ ਹੈ ਵੀ ਇਹ ਬੰਦਾ ਲੋਨ ਭਰਨ ਦੇ ਕਾਬਿਲ ਹੈ, ਫਿਰ ਉਸ ਨੂੰ ਉਹ ਪ੍ਰੋਸੈਸ ਕਰਨਾ ਸ਼ੁਰੂ ਕਰ ਦਿੰਦਾ ਹੈ। ਪ੍ਰੋਸੈਸ ਕਿਵੇਂ ਹੁੰਦਾ ਜੀ, ਪਹਿਲਾਂ ਬੰਦੇ ਦੀਆਂ ਇਨਕਮ ਦਾ ਸਾਰਾ ਸਿਸਟਮ ਚੈੱਕ ਕਰ ਲੈਂਦਾ, ਫਿਰ ਬੈਂਕ ਆਪਣਾ ਜਿਹੜਾ ਪੈਨਲ ਤੇ ਉੱਤੇ ਵੈਲਿਊਏਸ਼ਨ ਵਾਲੇ ਹੁੰਦੇ ਆ, ਤਾਂ ਪਹਿਲਾਂ ਵੈਲਿਊਏਸ਼ਨ ਵਾਲੇ ਨੂੰ ਭੇਜੇਗਾ ਵੀ ਜਾ ਕੇ ਦੇਖੋ ਉਸ ਪ੍ਰਾਪਰਟੀ ਦੀ ਵੈਲਿਊ ਕਿੰਨੀ ਹੈ। ਵੈਲਿਊਏਸ਼ਨ ਨੇ ਆਪਣੀ ਰਿਪੋਰਟ ਦਿੱਤੀ, ਉਸ ਤੋਂ ਬਾਅਦ ਫਿਰ ਬੈਂਕ ਆਪਣੇ ਵਕੀਲ ਨੂੰ ਭੇਜੇਗਾ, ਦੇਖੋ ਵੀ ਇਹ ਪ੍ਰਾਪਰਟੀ ਦੇ ਵਿੱਚ ਕੋਈ ਨੁਕਸ ਤਾਂ ਨਹੀਂ ਹੈ, ਜਿਸ ਘਰੇਲੂ ਲੜਾਈ ਝਗੜਾ ਤੇ ਜਾਂ ਕੋਈ ਕੋਰਟ ਮੈਟਰ ਹੈ ਕਿਸੇ ਵੀ ਤਰ੍ਹਾਂ ਦਾ, ਜਿਸ ਨੂੰ ਲੀਗਲ ਕਹਿੰਦੇ ਆ। ਤਾਂ ਉਸ ਲੀਗਲ ਦਾ ਪ੍ਰੋਸੈਸ ਵਕੀਲ ਕਰਦਾ ਹੈ। ਵਕੀਲ ਕੀ ਦੇਖਦਾ ਹੈ, ਜਾ ਕੇ ਪਟਵਾਰੀ ਦੇ ਰਿਕਾਰਡ ਦੇ ਵਿੱਚ ਜਾ ਕੇ ਚੈੱਕ ਕਰਦਾ ਹੈ। ਰੈਵਨਿਊ ਦੇ ਵਿੱਚ ਜਾ ਕੇ ਚੈੱਕ ਕਰਦਾ ਹੈ। ਜੇ ਕੋਈ ਸ਼ਹਿਰ ਦੀ ਅੰਦਰ ਦੀ ਪ੍ਰਾਪਰਟੀ ਹੈ ਤਾਂ ਜਾ ਕੇ ਕਾਰਪੋਰੇਸ਼ਨ ਦੇ ਵਿੱਚ ਚੈੱਕ ਕਰਦਾ ਹੈ। ਫਿਰ ਜਦੋਂ ਉਹ ਸਾਰਾ ਰਿਕਾਰਡ ਚੈੱਕ ਕਰ ਲੈਂਦਾ ਹੈ ਵੀ 13 ਸਾਲ ਤੱਕ ਇਸ ਪ੍ਰਾਪਰਟੀ ਦਾ, ਅਸੀਂ ਇੱਥੇ ਕੁਐਸਚਨ ਹੋਰ ਤੁਹਾਡੀ ਮੈਂ ਗੱਲ ਵਿੱਚ ਡੁੱਬ ਰਿਹਾ, ਕੁਐਸਚਨ ਹੋਰ ਆ ਜਾਂਦਾ ਹੈ ਜਿਹਨੂੰ ਆਪਾਂ ਲਾਲ ਡੋਰਾ ਕਹਿ ਦਿੰਦੇ ਆ, ਲਾਲ ਲਕੀਰ ਕਹਿ ਦਿੰਦੇ ਆ, ਵਕਫ ਬੋਰਡ ਜਿਹੜਾ ਕਹਿੰਦੇ। ਕਈ ਵਾਰੀ ਮੈਨੂੰ ਲੱਗਦਾ ਕਿ ਉੱਥੇ ਲੋਕਾਂ ਨੂੰ ਚੁਣੌਤੀਆਂ ਦਰਪੇਸ਼ ਆਉਂਦੀਆਂ। ਬਹੁਤ ਸੋਹਣਾ ਸਵਾਲ ਕੀਤਾ ਹੈ, ਕਿਉਂਕਿ ਇਹ ਆਮ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਲਾਲ ਡੋਰਾ ਹੈ ਕੀ ਚੀਜ਼ ਹੈ। ਦੋਸਤੋ, ਜੇ ਮੈਂ ਗੱਲ ਕਰਾਂ, ਜਿਵੇਂ ਮੈਂ ਪਟਿਆਲੇ ਰਹਿਣਾ, ਪਟਿਆਲੇ ਦੀ ਇੱਕ ਹੱਦਬੰਦੀ ਹੈ, ਜਿਹੜਾ ਕਹਿ ਲਓ ਪੁਰਾਣਾ ਸ਼ਹਿਰ ਹੁੰਦਾ ਸੀ ਜਿਹਨੂੰ ਕਾਰਪੋਰੇਸ਼ਨ ਦਾ ਅੰਦਰ ਉਹ ਏਰੀਆ, ਨਗਰ ਨਿਗਮ ਦੀ ਹੱਦਬੰਦੀ ਕਹਿੰਦੇ ਹਾਂ। ਨਗਰ ਨਿਗਮ ਦੀ ਹੱਦ ਤਾਂ ਬਹੁਤ ਦੂਰ ਤੱਕ ਹੈ, ਕਿਉਂਕਿ ਕਾਰਨ ਹੈ ਕਿ ਫਰਦਾਂ ਵਾਲੀ ਜਗ੍ਹਾ ਹੈ ਜੀ। ਜਦੋਂ ਸ਼ਹਿਰ ਬਣਿਆ ਸੀਗਾ,
ਜੇ ਆਪਾਂ ਪਟਿਆਲੇ ਦੀ ਗੱਲ ਕਰੀਏ ਤਾਂ ਪਟਿਆਲੇ ਦੇ ਵਿੱਚ ਜਦੋਂ ਨਾਲਾ ਸੀ, ਜਿਹੜਾ ਨਾਲਾ ਚਾਰੇ ਪਾਸੇ ਘੁੰਮਦਾ ਸੀ ਪਟਿਆਲੇ ਦੇ, ਬਿਲਕੁਲ ਉਹ ਨਾਲੇ ਦੇ ਅੰਦਰ ਜਿਹੜਾ ਸ਼ਹਿਰ ਹੈ, ਜਿਹਨੂੰ ਕਹਿੰਦੇ ਆ ਵੀ ਸ਼ਹਿਰ ਹੈ, ਰਿਹਾਇਸ਼ੀ ਇਲਾਕਾ, ਹਾਂ ਰਿਹਾਇਸ਼ੀ ਇਲਾਕਾ ਹੈ ਜਾਂ ਰਿਹਾਇਸ਼ੀ ਹੈ ਜਾਂ ਕਮਰਸ਼ੀਅਲ ਇਲਾਕਾ ਹੈ, ਸ਼ਹਿਰ ਦੇ ਅੰਦਰ ਵਾਲੇ ਏਰੀਆ ਨੂੰ ਲਾਲ ਡੋਰਾ ਕਿਹਾ ਜਾਂਦਾ ਹੈ। ਲਾਲ ਡੋਰੇ ਦਾ ਰਿਕਾਰਡ ਪਟਵਾਰੀ ਕੋਲ ਨਹੀਂ ਹੁੰਦਾ, ਲਾਲ ਡੋਰੇ ਦਾ ਰਿਕਾਰਡ ਕਾਰਪੋਰੇਸ਼ਨ ਜਾਂ ਕਮੇਟੀ ਕੋਲੇ ਹੁੰਦਾ। ਉਸ ਦਾ ਜਿਹੜਾ ਰਿਕਾਰਡ ਹੈ ਪਟਵਾਰੀ ਕੋਲੇ ਜਾਂ ਕਿਸੇ ਹੋਰ ਬੰਦੇ ਕੋਲ ਨਹੀਂ ਹੁੰਦਾ, ਉਹ ਜਾ ਕੇ ਕਾਰਪੋਰੇਸ਼ਨ ਜਾ ਕੇ ਚੈੱਕ ਕਰਦਾ ਵਕੀਲ ਵੀ ਇਹ ਰਿਕਾਰਡ ਵਾਕਈ ਬੰਦੇ ਦੇ ਨਾਂ ਤੇ ਪ੍ਰਾਪਰਟੀ ਹੈ, ਇਸ ਬੰਦੇ ਦੇ ਨਾਂ ਤੇ ਬੋਲਦੀ ਹੈ। ਉਹਦੇ ਨਾਂ ਤੇ ਕੀ ਹੁੰਦਾ ਹੈ, ਪਾਣੀ ਦਾ ਬਿੱਲ ਚੈੱਕ ਕਰਦੇ ਆ ਜਾਂ कह लो कि उसका TS1 फार्म, ये जिमें पटवारी को फरदा निकलदियां तो कारपोरेशन TS1 निकलदा है। ये चीज़ां ਜਿਹੜੀਆਂ ਹੈ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ। ਮਤਲਬ ਨਗਰ ਨਿਗਮ ਨੇ ਤੈਅ ਕਰਕੇ ਜਿਹੜੀ ਤੈਅ ਬਜਾਰੀ ਹੈ ਉਹ ਰੈਵਨਿਊ ਨੂੰ ਭੇਜਣੀ ਹੁੰਦੀ ਹੈ ਵੀ ਇਹ ਜਿਹੜੀ ਜਗ੍ਹਾ ਸ਼ਹਿਰ ਦੀ ਜਗ੍ਹਾ, ਮੰਨ ਲਓ ਫੋਰ ਐਗਜ਼ਾਮਪਲ ਦੇ ਤੌਰ ਤੇ ਉਦਾਹਰਨ ਦੇ ਤੌਰ ਤੇ ਕੋਈ ਵਿਅਕਤੀ ਤੁਹਾਡੇ ਕੋਲ 10 ਬਾਜ਼ਾਰ 'ਚ ਆਉਂਦਾ ਹੈ, ਉਹ ਕਹਿੰਦਾ ਜੀ ਮੇਰੀ ਜਿਹੜੀ ਦੁਕਾਨ ਹੈ 30/30 ਦੀ ਹੈ, ਤਾਂ ਜਿਹੜੀ ਉਹਦੀ ਵੈਲਿਊਏਸ਼ਨ ਹੈ ਉਹ ਤੁਹਾਨੂੰ ਜਿਹੜੀ ਵੈਲਿਊਏਸ਼ਨ ਹੈ ਉਹਦੀ ਜਿਹੜੀ ਮੌਕੇ ਦੀ ਵੈਲਿਊਏਸ਼ਨ ਹੈ ਉਹਦੇ ਅਕੋਰਡਿੰਗ ਹੀ ਲੋਨ ਹੋਏਗਾ। ਬਿਲਕੁਲ ਜੀ, ਜਿਹੜਾ ਸਾਡਾ ਵੈਲਿਊਏਟਰ ਹੈ ਬੈਂਕ ਦਾ ਵੈਲਿਊਏਟਰ ਜਾਂਦਾ ਹੈ ਤਾਂ ਉਹ ਆਸੇ-ਪਾਸੇ 10 ਦੁਕਾਨਾਂ ਤੋਂ ਪੁੱਛਦਾ ਹੈ ਵੀ ਇਸ ਮਾਰਕੀਟ ਦੇ ਵਿੱਚ ਜਗ੍ਹਾ ਦਾ ਕੀ ਰੇਟ, ਪਲਾਟ ਦਾ ਕੀ ਰੇਟ ਚੱਲ ਰਿਹਾ, ਤਾਂ ਉਹ ਪਲਾਟ ਦਾ ਰੇਟ ਪਾਏਗਾ ਪਲੱਸ ਜਿੰਨੀ ਉਸ ਤੇ ਕੰਸਟਰਕਸ਼ਨ ਹੋਈ ਹੈ, ਜੋ ਬੈਂਕ ਦਾ ਕ੍ਰਾਈਟੇਰੀਆ ਬਣਾਇਆ ਹੈ ਵੀ ਜੇ ਮੰਨ ਲਓ 2000 ਸਕੁਅਰ ਫੁੱਟ ਜਗ੍ਹਾ ਹੈ ਤਾਂ ਉਸ ਨੂੰ ਮਲਟੀਪਲਾਈ ਕਰਕੇ ਜਿੰਨੀ ਵੀ ਵੈਲਿਊਏਸ਼ਨ ਕਰਨੀ ਹੈ ਤਾਂ ਵੈਲਿਊਏਸ਼ਨ ਦਾ ਇੱਕ ਕ੍ਰਾਈਟੇਰੀਆ ਬਣਾਇਆ ਤਾਂ ਇਸ ਹਿਸਾਬ ਨਾਲ ਉਹ ਆਪਣੀ ਵੈਲਿਊਏਸ਼ਨ ਪਾ ਕੇ ਦੇ ਦਿੰਦਾ ਹੈ, ਮਾਰਕੀਟ ਵੈਲਿਊ ਪਾ ਕੇ ਦੇ ਦਿੰਦਾ ਹੈ। ਆਪਾਂ ਲਾਸਟ ਸਵਾਲ ਵੱਲ ਵਧਨੇ ਆ ਵੀ ਕੇਂਦਰ ਜਿਹੜੀ ਸਰਕਾਰ ਹੈ, ਸੈਂਟਰ ਗਵਰਨਮੈਂਟ ਹੈ, RBI ਹੈ, ਸਾਰੇ ਬੈਂਕ ਜਿਹੜੇ ਉਹਨਾਂ ਦੇ ਅੰਦਰ ਨੇ, ਤਾਂ ਬਹੁਤ ਸਾਰੇ ਬੈਂਕ ਜਿਹੜੇ ਮਰਜ਼ ਵੀ ਕੀਤੇ ਗਏ ਨੇ ਬੈਂਕਿੰਗ ਸੈਕਟਰ ਦੇ ਵਿੱਚ, ਕਾਫੀ ਜ਼ਿਆਦਾ ਉਤਰਾਅ ਚੜ੍ਹਾਅ ਪਿਛਲੇ ਸਮੇਂ 'ਚ ਬਹੁਤ ਜ਼ਿਆਦਾ ਆਏ ਨੇ, ਤਾਂ ਲੋਨ ਲੈਣ ਲਈ ਵੀ ਕਈ ਵਾਰੀ ਕੁਛ ਬੈਂਕਾਂ ਨੇ ਬੜੀ ਸਖਤੀ ਕਰ ਦਿੱਤੀ ਕਿਉਂਕਿ ਵੱਡੀ ਪੱਧਰ ਤੇ ਜਿਹੜੇ ਲੋਕ ਨੇ ਉਹ ਡਿਫਾਲਟਰ ਹੋ ਗਏ ਨੇ, ਵੱਡੇ ਵੱਡੇ ਜਿਹੜੇ ਲੀਡਰ ਨੇ, ਹੋਰ ਲੋਕ ਨੇ, ਉਦਯੋਗਪਤੀ ਨੇ। ਸੋ ਕੇਂਦਰ ਸਰਕਾਰ ਦੀਆਂ ਜਿਹੜੀਆਂ ਕਿਹੜੀਆਂ ਸਕੀਮਾਂ ਨੇ ਜਿਹੜੀਆਂ ਉਹ ਆਮ ਪਬਲਿਕ ਨੂੰ ਜਿਹੜੀਆਂ ਪ੍ਰੋਵਾਈਡ ਕਰ ਰਹੀ ਜਾ ਰਹੀਆਂ? ਦੇਖੋ ਜੀ, ਕੇਂਦਰ ਸਰਕਾਰ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਸਹੂਲਤਾਂ ਦਿੱਤੀਆਂ, ਵਪਾਰੀਆਂ ਨੂੰ ਬਹੁਤ ਸਹੂਲਤਾਂ ਦਿੱਤੀਆਂ, ਆਮ ਲੋਕਾਂ ਨੂੰ ਬੜੀਆਂ ਸਹੂਲਤਾਂ ਦਿੱਤੀਆਂ, ਜਿਵੇਂ ਕਿ ਜਿਸ ਨੂੰ ਆਪਾਂ ਸਬਸਿਡੀ ਕਹਿ ਲੈਂਦੇ ਹਾਂ। ਕੇਂਦਰ ਸਰਕਾਰ ਨੇ ਹਰ ਵਰਗ ਦੇ ਬੰਦਿਆਂ ਦਾ ਖਿਆਲ ਰੱਖਿਆ ਹੈ। ਉਸਨੇ ਕੀ ਕੀਤਾ ਹੈ ਵੀ ਜੇ ਕੋਈ ਬੰਦਾ ਪਹਿਲੀ ਵਾਰ ਆਪਣਾ ਘਰ ਲੈ ਰਿਹਾ ਹੈ ਤਾਂ ਉਸ ਨੂੰ 2,67,000 ਰੁਪਏ ਤੱਕ ਦੀ ਸਬਸਿਡੀ ਦਿੰਦਾ ਹੈ। ਇਹ ਮੈਂ ਗੱਲ ਮਤਲਬ ਅੰਕੜੇ ਦੇਖ ਕੇ ਕਹਿਣਾ, ਅੱਜ ਤੱਕ ਜਿੰਨੇ ਵੀ ਬੰਦਿਆਂ ਨੇ ਸਬਸਿਡੀ ਅਪਲਾਈ ਕੀਤੀ ਹੈ ਆਲਮੋਸਟ 90% ਜਾਂ 99% ਲੋਕਾਂ ਨੂੰ ਸਬਸਿਡੀ ਆਈ ਹੈ। ਇਸ ਚੀਜ਼ ਦਾ ਬਹੁਤ ਜ਼ਿਆਦਾ ਬੈਨੀਫਿਟ ਮਿਲਿਆ ਲੋਕਾਂ ਨੂੰ। ਔਰ ਕਹਿ ਲਓ ਵੀ ਜਿਹੜਾ ਗਰੀਬ ਆਦਮੀ ਸਿਰਫ ਮਕਾਨ ਕਿਰਾਏ ਤੇ ਲੈ ਕੇ ਚੱਲਦਾ ਸੀ, ਅੱਜ ਦੀ ਡੇਟ 'ਚ ਉਹ ਆਪਣਾ ਮਕਾਨ ਲੈ ਕੇ ਉਹਦੇ ਵਿੱਚ ਰਹਿ ਰਿਹਾ ਤੇ ਜ਼ਿੰਦਗੀ ਨੂੰ ਆਨੰਦ ਮਾਣ ਰਿਹਾ। ਤੇ ਇਹ ਕੇਂਦਰ ਸਰਕਾਰ ਨੇ ਇਸ ਵਾਰੀ ਬਹੁਤ ਹੀ ਵੱਡਾ ਔਰ ਬੜੇ ਸਾਲਾਂ ਬਾਅਦ ਕੋਈ ਵਧੀਆ ਨੀਤੀ ਬਣਾਈ ਹੈ ਵੀ ਹਰ ਘਰ 'ਚ ਹਰ ਬੰਦਾ ਆਪਣਾ ਘਰ ਲਵੇ ਤਾਂ ਕਿ ਉਹ ਕਿਰਾਏ ਤੇ ਨਾ ਰਹੇ। ਕੇਂਦਰ ਸਰਕਾਰ ਨੇ ਕਹਿ ਲਓ ਵੀ ਬਿਜ਼ਨਸਮੈਨ ਨੂੰ ਬੜੀਆਂ ਸਹੂਲਤਾਂ ਦਿੱਤੀਆਂ, ਉਹਨਾਂ ਨੂੰ ਬੜੇ ਤਰ੍ਹਾਂ ਦੀਆਂ ਉਹ ਦਿੱਤੀਆਂ, ਜਿਹਨਾਂ ਨੂੰ ਲਿਫਟਾਂ ਵੀ ਕਹਿੰਦੇ ਆ ਜਾਂ ਉਹ ਕਰ ਰਹੇ ਆ, ਸਬਸਿਡੀਆਂ ਹਰ ਜਗ੍ਹਾ ਦੀ ਸਬਸਿਡੀ ਦੇ ਰਹੇ, ਜਾਂ ਕਹਿ ਲਓ ਵੀ ਉਹਨਾਂ ਨੂੰ ਬਿਜ਼ਨਸ ਸਟਾਰਟ ਕਰਨ ਲਈ ਸਟਾਰਟਅਪ ਦੇ ਨਾਂ ਤੇ ਇਹ ਇੱਕ ਉਹਨਾਂ ਨੇ ਪ੍ਰੋਗਰਾਮ ਚਲਾਇਆ ਹੈ ਵੀ ਕੋਈ ਬੰਦਾ ਮੰਨ ਲਓ 10ਵੀਂ ਕਰਕੇ 12ਵੀਂ ਕਰਕੇ ਬੇਰੁਜ਼ਗਾਰਾਂ ਲਈ ਹਾਂ ਉਹਨਾਂ ਨੂੰ ਬਹੁਤ ਹੈਲਪ ਹੋ ਰਹੀ ਹੈ। ਮਤਲਬ ਕੇਂਦਰ ਸਰਕਾਰ ਦੀਆਂ ਨਿਹਾਇਤ ਹੀ ਬਹੁਤ ਹੀ ਜ਼ਿਆਦਾ ਸਕੀਮਾਂ ਆਈਆਂ ਹਨ। ਜੇ ਬੰਦੇ ਨੂੰ ਸਿਰਫ ਨੌਲੇਜ ਹੋਵੇ ਤਾਂ ਅੱਜ ਦੀ ਡੇਟ ਦੇ ਬੰਦਾ ਜ਼ੀਰੋ ਤੋਂ ਕੰਮ ਸਟਾਰਟ ਕਰਕੇ ਕਰੋੜਾਂ ਰੁਪਏ ਕਮਾ ਰਿਹਾ। ਜੈਸੇ ਇੱਕ ਸਵਾਲ ਲੋਕਾਂ ਦੇ ਮਨਾਂ 'ਚ ਬਹੁਤ ਹੁੰਦਾ, ਦੇਖੋ ਘਰ ਇੱਕ ਸੁਪਨਾ ਹੁੰਦਾ ਹੈ, ਇਸ ਮਨੁੱਖ ਜਿਹੜਾ ਕਮਾਉਂਦਾ ਆਪਣੀ ਜ਼ਿੰਦਗੀ ਦੇ ਵਿੱਚ ਹਰ ਵਿਅਕਤੀ ਨੇ ਆਪਣਾ ਘਰ ਬਣਾਉਣਾ, ਚਾਹੇ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਕੋਈ ਮੱਧ ਵਰਗੀ ਹੈ। ਲੇਕਿਨ ਕੁਝ ਵਿਅਕਤੀ ਇੱਦਾਂ ਦੇ ਵੀ ਹੁੰਦੇ ਨੇ, ਉਹਨਾਂ ਦੇ ਮਨਾਂ ਵਿੱਚ ਕਈ ਸਵਾਲ ਚੱਲਦੇ ਨੇ ਵੀ ਬਹੁਤ ਸਾਰੇ ਲੋਕਾਂ ਨੇ ਬੈਂਕਿੰਗ ਸੈਕਟਰ ਤੋਂ ਲੋਨ ਲਏ ਨੇ, ਜਾਂ ਉਹ ਡਿਫਾਲਟ ਹੋ ਗਏ ਨੇ, ਜਾਂ ਕਿਸ਼ਤਾਂ ਭਰਨ ਦੇ ਯੋਗ ਨਹੀਂ ਰਹੇ। ਕਿ ਉਹਨਾਂ ਲੋਕਾਂ ਨੂੰ ਬੈਂਕ ਦੁਆਰਾ, ਬੈਂਕ ਸੁਵਿਧਾ ਦੁਆਰਾ ਜਿਹੜੇ ਲੋਕਾਂ ਨੇ ਲੋਨ ਨਹੀਂ ਭਰੇ, ਕਿ ਐਦਾਂ ਵੀ ਲੋਕਾਂ ਨੂੰ ਜਿਹੜਾ ਮਕਾਨ ਜਿਹੜਾ ਕਿ ਮਿਲ ਜਾਂਦਾ? ਨਹੀਂ ਜੀ, ਐਦਾਂ ਦੇਖੋ ਸਰਕਾਰ ਨੇ ਕੁਝ ਸਕੀਮਾਂ ਚਲਾਈਆਂ ਜਿਹੜੇ ਬੰਦੇ ਪਹਿਲਾਂ ਡਿਫਾਲਟਰ ਹੋ ਚੁੱਕੇ ਸੀ ਪਰ ਉਹਨਾਂ ਨੂੰ ਹੁਣ ਦੁਬਾਰਾ ਜ਼ਿੰਦਗੀ ਸਟਾਰਟ ਜਿੱਦਾਂ ਅਖਬਾਰਾਂ ਵਿੱਚ ਐਡ ਲੱਗਦੀ ਵੀ ਇਹ ਜਜਾਦ ਵਕਾਊ ਹੈ ਫਲਾਣਾ, ਤਾਂ ਉਹਦੀ ਜਿਹੜੀ ਕਿ ਨਿਲਾਮੀ ਇਸ ਤਰੀਕੇ ਨਾਲ ਕੀਤੀ ਜਾਵੇਗੀ। ਬਹੁਤ ਸਾਰੀ ਇੱਦਾਂ ਦੀਆਂ ਨਿਊਜ਼ਪੇਪਰ ਖਬਰਾਂ ਆਮ ਆਉਂਦੀਆਂ। ਬਿਲਕੁਲ ਕਈ ਤਰੀਕਿਆਂ ਨਾਲ ਸਰਕਾਰਾਂ ਨੇ ਉਹਨਾਂ ਨੂੰ ਦੁਬਾਰਾ, ਜਿਵੇਂ ਹੁਣ ਗੱਲ ਕਰੀਏ ਆਪਾਂ ਗੋਬਿੰਦਗੜ੍ਹ ਦੀ, ਗੋਬਿੰਦਗੜ੍ਹ 90% ਫਰਮਾਂ ਲੋਸ 'ਚ ਚਲੀਆਂ ਗਈ ਸੀ। ਉੱਥੋਂ ਦੀ ਨੀਤੀ ਇਹ ਸੀ ਜਿਹੜੀ ਨੀਤੀ ਕਹਿ ਲਓ ਵੀ ਸਰਕਾਰਾਂ ਦੀ ਨੀਤੀ ਇਹ ਸੀ ਜਿਸ ਕਰਕੇ ਸਾਰੀਆਂ ਫਰਮਾਂ 90 ਕੀ ਮੈਂ ਤਾਂ ਕਹਿੰਦਾ 99% ਫਰਮਾਂ ਬਿਲਕੁਲ ਅਦਰ ਸਟੇਟਾਂ ਨੂੰ ਪੂਛ ਕਰਕੇ ਵੀ ਉੱਥੋਂ ਛੱਡ ਕੇ ਚਲੇ ਗਈਆਂ ਤੇ ਉਹ ਡਿਫਾਲਟ ਇੰਨਾ ਜ਼ਿਆਦਾ ਵੱਧ ਗਿਆ, ਬੈਂਕ ਬੰਦ ਹੋਣ ਦੀ ਨੌਬਤ ਤੇ ਆ ਗਈ। ਪਰ ਸਰਕਾਰਾਂ ਨੇ ਦੇਖਿਆ ਵੀ ਬੰਦੇ ਬਿਲਕੁਲ ਇਹਨਾਂ ਦੀ ਜਾਇਜ਼ ਉਹ ਸੀ,
ਫਿਰ ਉਹਨਾਂ ਨੂੰ ਦੁਬਾਰਾ ਸਟਾਰਟ ਕਰਨ ਲਈ ਉਹਨਾਂ ਨੂੰ ਦੁਬਾਰਾ ਮੌਕੇ ਦਿੱਤੇ ਜਾ ਰਹੇ ਨੇ। ਕਈ ਸਕੀਮਾਂ ਦੇ ਵਿੱਚ ਉਹਨਾਂ ਨੂੰ ਦੁਬਾਰਾ ਮੌਕੇ ਦਿੱਤੇ ਜਾ। ਇਹ ਜਿਹਾ ਨਹੀਂ ਹੈ ਵੀ ਇੱਕ ਵਾਰੀ ਬੰਦਾ ਡਿਫਾਲਟ ਹੋ ਗਿਆ ਤਾਂ ਦੁਬਾਰਾ ਲੋਨ ਨਹੀਂ ਲੈ ਸਕਦਾ, ਲੈ ਸਕਦਾ ਹੈ, ਪਰ ਉਹਦੇ ਕੁਝ ਕ੍ਰਾਈਟੇਰੀਆ ਕੁਝ ਸਿਸਟਮ ਹੈ, ਸਰਕਾਰਾਂ ਨੇ ਉਹਨਾਂ ਨੂੰ ਦੁਬਾਰਾ ਖੜਾ ਕਰਨ ਦੀ ਸਕੀਮਾਂ ਵੀ ਦਿੱਤੀਆਂ ਹੋਈਆਂ। ਬਿਲਕੁਲ ਜੀ, ਜੱਸੀ ਜੀ ਨੇ ਜਿੱਦਾਂ ਦੱਸਿਆ, ਸਾਡੇ ਸਟੂਡੈਂਟ ਜਾ ਕੇ ਤੁਹਾਨੂੰ ਦੱਸਿਆ ਜਿਹੜਾ ਲੋਨ ਹੈ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਨੇ, ਕਿਹੜੇ ਵਿਅਕਤੀ ਲੋਨ ਲੈਣ ਦੇ ਯੋਗ ਨੇ, ਫਾਈਲਾਂ ਜਿਹੜੀਆਂ ਨੇ ਕਿਹੜੇ ਸਟੈਪਾਂ ਦੇ ਵਿੱਚ, ਕਿਹੜੇ ਪੜਾਅ ਦੇ ਵਿੱਚੋਂ ਗੁਜ਼ਰਦੀ ਨੇ, ਤੇ ਕਿਹੜੇ ਜਿਹੜੇ ਲੋਕ ਜਿਹੜੇ ਲੋਨ ਦੇ ਯੋਗ ਨੇ, ਤੇ ਕੇਂਦਰ ਸਰਕਾਰ ਵੱਲੋਂ ਕਿਹੜੀਆਂ ਜਿਹੜੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਗਈਆਂ। ਸੋ ਅਸੀਂ ਜੱਸੀ ਜੀ ਨੂੰ ਇੱਕ ਵਾਰੀ ਫਿਰ ਆਪਣੇ ਸਟੂਡੀਓ ਦੇ ਵਿੱਚ ਆਉਣ ਤੇ ਇਹਨਾਂ ਨਾਲ ਵਿਸ਼ੇਸ਼ ਧੰਨਵਾਦ ਕਰਦੇ ਹਾਂ, ਅਤੇ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਜਿਹੜਾ ਲੋਨ ਦੀ ਕੋਈ ਜਾਣਕਾਰੀ ਲੈ ਸਕਦਾ ਹੈ ਤਾਂ ਅਸੀਂ ਜੱਸੀ ਜੀ ਤੋਂ ਆਪਣਾ ਨੰਬਰ ਤੁਸੀਂ ਪਲੀਜ਼ ਜਿਹੜਾ ਹੈਗਾ ਸਾਡੇ ਸਟੂਡੀਓ, ਮੇਰਾ ਨੰਬਰ ਨੋਟ ਕਰ ਲਓ 98 155 29 139। ਦੁਬਾਰਾ ਫਿਰ ਬੋਲ ਰਿਹਾ 98 155 29 139। ਸੋ ਬਿਲਕੁਲ ਅਕਸ਼ਰ ਨੂੰ ਵੇਖ ਰਹੇ ਸਾਰੇ ਸਰੋਤਿਆਂ ਨੂੰ ਫਿਰ ਅਸੀਂ ਲੈਂਦੇ ਹਾਂ ਆਜ਼ਾਦ। ਲੇਕਿਨ ਕਿਸੇ ਵੀ ਤਰ੍ਹਾਂ ਦਾ ਤੁਸੀਂ ਕਰਜ਼ਾ ਕੋਈ ਵੀ ਲੋਨ ਜਿਹੜਾ ਹੈਗਾ ਉਹ ਲੈਣਾ ਹੈ ਤਾਂ ਜੱਸੀ ਜੀ ਨਾਲ ਗੱਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਦੀ ਹਰ ਖਬਰ ਲਈ ਸਬਸਕ੍ਰਾਈਬ ਕਰੋ ਅਕਸ਼ ਨਿਊਜ਼।